अस्सलामुअलैकुम। वेलनेशिया टाउन ਦੇ ਵਿੱਚ ਅਮਰੀਕਾ ਤੋਂ ਆਈ ਹੋਈ ਫੈਮਿਲੀ ਦੇ ਨਾਲ ਜਿਹੜਾ ਵਾਕਿਆ ਪੇਸ਼ ਆਇਆ ਸੀ ਉਹਦੇ ਵਿੱਚ ਕੌਣ ਮੁਲਵਸ ਆ ਔਰ ਕਿਹਨੂੰ ਸ਼ਾਮਲੇ ਤਫਤੀਸ਼ ਕੀਤਾ ਆ ਔਰ ਜਿਹੜਾ ਕੈਮੀਕਲ ਆਈਸਕ੍ਰੀਮ ਦੇ ਵਿੱਚ ਪਾਇਆ ਗਿਆ ਸੀ ਉਹਨੂੰ ਕਿਹਨੇ ਲਿਆ ਕੇ ਦਿੱਤਾ ਔਰ ਜਿਹੜੀ ਫੋਰੈਂਸਿਕ ਰਿਪੋਰਟ ਆਈ ਆ ਉਹਦੇ ਮੁਤਾਬਕ ਉਹਦੇ ਉੱਤੇ ਫਿੰਗਰਪ੍ਰਿੰਟ ਦੇ ਨਿਸ਼ਾਨਾਤ ਕੌਣ ਨੇ, ਇਹਦੇ ਵਿੱਚ ਗੁਨਾਹਗਾਰ ਅਲੀਨਾ ਜਾਂ ਉਹਦਾ ਸ਼ੌਹਰ ਆ। ਉਹਦੀ तमाम तर ਤਫਸੀਲਾਤ ਜਿਹੜੀਆਂ ਨਵੀਆਂ ਗੱਲਾਂ ਨਿਕਲ ਕੇ ਆਈਆਂ ਨੇ ਤੁਹਾਡੇ ਸ਼ੇਅਰ ਕਰਾਂਗਾ। ਇਹ ਵਾਕਿਆ ਜਿਹੜਾ 17 ਜੁਲਾਈ ਨੂੰ ਪੇਸ਼ ਆਇਆ ਸੀ ਵੈਲਨੇਸ਼ੀਆ ਟਾਊਨ ਦੇ ਵਿੱਚ, ਜਿਹਦੇ ਵਿੱਚ ਇੱਕ ਫੈਮਿਲੀ ਅਮਰੀਕਾ ਤੋਂ ਆਈ ਸੀ। ਉਹ ਤੁਸੀਂ ਸਾਰੀ ਗੱਲਬਾਤ ਸੁਣੀ ਸੀ। ਇਹਦੇ ਵਿੱਚ ਇਹ ਆ ਕਿ ਉਹਦਾ ਸ਼ੌਹਰ ਜਿਹੜਾ ਆ ਨਾਸਰ ਡੋਗਰ 6:10 ਤੇ ਸਮਾਨ ਲੈਣ ਜਾਂਦਾ ਆ ਘਰ ਦਾ। ਇਹਦੀ ਬੇਗਮ ਇੱਕ ਲਿਸਟ ਬਣਾ ਕੇ ਦੇ ਦਿੰਦੀ, ਉਹ ਸਮਾਨ ਲੈਣ ਜਾਂਦਾ ਆ। ਜਾ ਕੇ ਤੇ ਉੱਥੇ ਡਿਪਾਰਟਮੈਂਟ ਦੇ ਉੱਤੇ ਉਸ ਸਟੋਰ ਦੇ ਉੱਤੇ 1 ਘੰਟਾ 45 ਮਿੰਟ ਇਹ ਗੁਜ਼ਾਰਦਾ ਆ ਔਰ ਵਾਪਸੀ 7:43 ਤੇ ਆਂਦਾ ਆ। ਔਰ ਇਸੇ ਦੌਰਾਨ ਜਿਹੜਾ ਆ ਇਹਨਾਂ ਨੇ ਆਈਸਕ੍ਰੀਮ ਦੇ ਵਿੱਚ ਜ਼ਹਿਰ ਜਿਹੜੀ ਹੈ ਨਾ ਮੁਬੈਨਾ ਤੌਰ ਦੇ ਉੱਤੇ ਮਲਾਈ ਔਰ ਬੱਚਿਆਂ ਨੂੰ ਖਵਾਈ। ਇਹ ਸਾਰੀ ਵਾਰਦਾਤ ਸੋਸ਼ਲ ਮੀਡੀਆ ਦੀਆਂ ਖਬਰਾਂ ਦੇ ਮੁਤਾਬਕ ਪੁਲਿਸ ਨੇ ਦੱਸੀ ਔਰ ਪੁਲਿਸ ਜਿਹੜੀ ਆ ਅੱਜ ਕਾਨਫਰੰਸ ਕਰੇਗੀ ਔਰ ਸਾਰਾ ਕੁਝ ਚੱਠਾ ਵਟਾ ਜੋ ਵੀ ਸਾਰਾ ਕੁਝ ਅੱਜ ਖੋਲ ਕੇ ਰੱਖ ਦੇਗੀ। 6:30 ਤੇ ਜਾਂ 6:40 ਤੇ ਇਸ ਦੌਰਾਨ 10 ਮਿੰਟ ਦੇ ਵਿੱਚ ਇਹ ਆਈਸਕ੍ਰੀਮ ਜਿਹੜੀ ਆ ਬੱਚਿਆਂ ਨੂੰ ਖਵਾਈ ਗਈ। ਇਹ ਜਿਸ ਵੇਲੇ ਉੱਥੋਂ ਰਕਸ਼ਾ ਲੈ ਕੇ ਸਮਾਨ ਲੈ ਕੇ ਵਾਪਸੀ ਆਂਦਾ, ਇਹ ਆ ਕੇ ਪੁੱਛਦਾ ਆ ਕਿ ਬੱਚੇ ਕਿੱਥੇ ਆ। ਅਲੀਨਾ ਕਹਿੰਦੀ ਆ ਕਿ ਉਹ ਫਾਤਮਾ ਦੇ ਘਰ ਮੂਵੀ ਵੇਖਣ ਗਏ ਨੇ। ਫਿਰ ਉਸ ਤੋਂ ਬਾਅਦ ਇਹ ਕਿਚਨ ਦੇ ਵਿੱਚ ਆਪਣੀ ਬੀਵੀ ਦੇ ਨਾਲ ਸਮਾਨ ਵਗੈਰਾ ਜਿਹੜੇ ਸੌਦੇ ਲੈ ਕੇ ਆਇਆ ਹੁੰਦਾ ਸੈੱਟ ਕਰਵਾਉਂਦਾ ਆ। ਉਸ ਤੋਂ ਬਾਅਦ ਜੋ ਹੀ ਬਾਹਰੋਂ ਇੱਕ ਬੰਦਾ ਆਂਦਾ ਬੈਲ ਵਜਾਉਂਦਾ ਔਰ ਆ ਕੇ ਕਹਿੰਦਾ ਕਿ ਲਾਂਡਰੀ ਏਰੀਏ ਦੇ ਵਿੱਚ ਪਿੱਛੇ ਤੁਹਾਡੇ ਬੱਚੇ ਜਿਹੜੇ ਨੇ ਉਹ ਦੇਖੋ ਗਿਰੇ ਪਏ ਨੇ ਤੇ ਉਹਨਾਂ ਦੀਆਂ ਚੀਖਣੇ ਦੀਆਂ ਆਵਾਜ਼ਾਂ ਜਾਂ ਜੋ ਵੀ ਕੁਝ ਸੀ ਆ ਰਿਹਾ। ਲੇਕਿਨ ਇਹ ਜਿਹੜਾ ਨਾਸਰ ਡੋਗਰ ਬਾਹਰ ਨਿਕਲਦਾ ਔਰ ਬਾਹਰ ਨਿਕਲ ਕੇ ਕਹਿੰਦਾ ਕਿ ਸਾਡੇ ਬੱਚੇ ਨਹੀਂ ਹੈਗੇ, ਸਾਡੇ ਬੱਚੇ ਤਾਂ ਫਿਲਮ ਦੇਖਣ ਗਏ ਨੇ, ਮੂਵੀ ਦੇਖਣ ਗਏ ਨੇ ਕਿਸੇ ਦੇ ਘਰ ਨੇ, ਸਾਡੇ ਬੱਚੇ ਘਰ ਨਹੀਂ ਹੈਗੇ। ਇਹ ਤੁਸੀਂ ਜਾ ਕੇ 15 ਤੇ ਕਾਲ ਕਰੋ, ਦੱਸੋ ਕਿਸੇ ਨੂੰ। ਤੇ ਇਸੇ ਦੌਰਾਨ ਇਹਦੀ ਬੀਵੀ ਜਿਹੜੀ ਆ ਨਾ, ਖੈਰ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਕਿ ਇਸੇ ਦੌਰਾਨ ਇਹਦੀ ਬੀਵੀ ਜਿਹੜੀ ਆ ਨਾ ਉਹਨੂੰ ਪਤਾ ਲੱਗ ਜਾਂਦਾ ਕਿ ਇਹਦਾ ਸ਼ੌਹਰ ਜਿਹੜਾ ਬਾਹਰ ਗਿਆ ਆ। ਜਿਸ ਵੇਲੇ ਬਾਹਰ ਗਿਆ ਇਹਨੂੰ ਪਤਾ ਲੱਗਦਾ, ਇਹ ਵੀ ਪਿੱਛੋਂ ਫਿਰ ਆਈਸਕ੍ਰੀਮ ਖਾ ਲੈਂਦੀ ਹੈ ਕਿ ਹੁਣ ਮੈਂ ਫੜੀ ਜਾਵਾਂਗੀ। ਉਸ ਤੋਂ ਬਾਅਦ ਆਈਸਕ੍ਰੀਮ ਖਾ ਕੇ ਤੇ ਫਿਰ ਇਹ ਲਫ਼ਜ਼ ਕਹਿਣਾ ਸ਼ੁਰੂ ਕਰ ਦਿੰਦੀ ਆ ਕਿ ਇਹ ਮੇਰੇ ਬੱਚਿਆਂ ਨੂੰ ਖਾ ਜਾਏਗਾ, ਮਾਰ ਦੇਗਾ। ਯਾਨੀ ਉਹ ਇੱਕ ਕਿਸਮ ਦਾ ਡਰਾਮਾ ਕਰਦੀ ਆ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਕਿ ਜਿਸ ਵੇਲੇ ਇਹ ਨਾਸਰ ਡੋਗਰ ਸੌਦੇ ਲੈ ਕੇ ਆਇਆ ਸੀ ਤੇ ਇਸ ਅਲੀਨਾ ਨੇ ਇਹਨੂੰ ਕਿਹਾ ਸੀ ਕਿ ਤੂੰ ਵੀ ਆਈਸਕ੍ਰੀਮ ਖਾ ਲਾ। ਉਦੋਂ ਇਹ ਆਈਸਕ੍ਰੀਮ ਨਹੀਂ ਸੀ ਖਾਦੀ, ਸਿਰਫ ਬੱਚਿਆਂ ਨੂੰ ਖਵਾਈ ਸੀ। ਬੱਚੇ ਜਿਹੜੇ ਉਹਨਾਂ ਦੀ ਮੁਬੈਨਾ ਤੌਰ ਦੇ ਉੱਤੇ ਮੌਤ ਵਾਕਿਆ ਹੋ ਚੁੱਕੀ ਸੀ। ਤੇ ਨਾਸਰ ਡੋਗਰ ਜਿਸ ਵੇਲੇ ਆਂਦਾ ਸੀ ਇਹਨੇ ਕਿਹਾ ਕਿ ਮੈਨੂੰ ਪਿਆਸ ਬੜੀ ਲੱਗੀ ਹੈ, ਆਈਸਕ੍ਰੀਮ ਤੂੰ ਇਸ ਤਰ੍ਹਾਂ ਕਰ ਫਰਿੱਜ ਦੇ ਵਿੱਚ ਰੱਖ ਦੇ, ਉਸ ਤੋਂ ਬਾਅਦ ਮੈਂ ਥੋੜੀ ਦੇਰ ਬਾਅਦ ਖਾ ਲਾਂਗਾ। ਤੇ ਇਸ ਵਜ੍ਹਾ ਦੇ ਨਾਲ ਇਹ ਇਸ ਵਾਕਿਏ ਤੋਂ ਬਚ ਗਿਆ ਕਿ ਇਹਨੇ ਆਈਸਕ੍ਰੀਮ ਨਹੀਂ ਖਾਧੀ, ਸਿਰਫ ਪਾਣੀ ਦਾ ਗਲਾਸ ਪੀਤਾ। ਅਲੀਨਾ ਨੇ ਜ਼ਿੱਦ ਬੜੀ ਕੀਤੀ ਤੇ ਲੇਕਿਨ ਇਹਨੇ ਬਸ ਜਦੋਂ ਅੱਲਾ ਕਹਿੰਦੇ ਆ ਰੱਖਦਾ ਕਿਸੇ ਨੂੰ ਤੇ ਇਹਨੇ ਉਹ ਆਈਸਕ੍ਰੀਮ ਨਹੀਂ ਖਾਧੀ ਜਿਹਦੇ ਵਿੱਚ ਮੁਬੈਨਾ ਤੌਰ ਦੇ ਉੱਤੇ ਜ਼ਹਿਰ ਮਿਲਾਇਆ ਗਿਆ ਸੀ। ਉਸ ਤੋਂ ਬਾਅਦ ਫਿਰ ਜਦੋਂ ਇਹਨੇ ਆਈਸਕ੍ਰੀਮ ਖਾ ਲਈ ਇਹ ਵੀ ਡਿੱਗ ਜਾਂਦੀ ਆ। ਇਹਨੂੰ ਚੁੱਕਦੇ ਨੇ ਕਰੀਬੀ ਹਸਪਤਾਲ ਲੈ ਜਾਂਦੇ ਨੇ। ਫਿਰ 15 ਤੇ ਕਾਲ ਹੁੰਦੀ ਆ ਤੇ ਪੁਲਿਸ ਜਿਹੜੀ ਹੈ ਮੌਕੇ ਤੇ ਆ ਜਾਂਦੀ ਹੈ। ਇਹ ਵੀ ਉੱਥੇ ਜਾ ਕੇ ਹਸਪਤਾਲ ਇਹਦੀ ਵੀ ਮੁਬੈਨਾ ਤੌਰ ਦੇ ਉੱਤੇ ਮੌਤ ਵਾਕਿਆ ਹੋ ਜਾਂਦੀ ਆ। ਫਿਰ ਜਿਸ ਵੇਲੇ ਪੁਲਿਸ ਆ ਜਾਂਦੀ ਆ, ਥਾਣਾ ਇਹਨਾਂ ਨੂੰ ਲੱਗਦਾ ਕਾਨਾ ਵਾਕਿਆ ਹੈ ਵੈਲਨੇਸ਼ੀਆ ਟਾਊਨ ਦਾ। ਉਸ ਤੋਂ ਬਾਅਦ ਜਿਹੜੀ ਆ ਪੁਲਿਸ ਇਹਦੇ ਸ਼ੌਹਰ ਨੂੰ ਹਿਰਾਸਤ ਦੇ ਵਿੱਚ ਲੈ ਲੈਂਦੀ ਆ ਔਰ ਲਿਜਾ ਕੇ ਇਹਨੂੰ ਫੈਸਲ ਟਾਊਨ ਥਾਣੇ ਦੇ ਵਿੱਚ ਲੈ ਜਾਂਦੀ ਆ। ਥਾਣਾ ਕਾਨਾ ਦੇ ਵਿੱਚ ਇਸ ਵਾਸਤੇ ਨਹੀਂ ਲੈ ਗਈ ਕਿ ਮੀਡੀਆ ਵਾਲੇ ਜਿਹੜੇ ਨੇ ਉਹ ਮਗਰ ਆ ਜਾਂਦੇ ਨੇ। ਤੇ ਹੁਣ ਜਿਹੜੀਆਂ ਸੋਸ਼ਲ ਮੀਡੀਆ ਤੇ ਖਬਰਾਂ ਆਊਟ ਹੋਈਆਂ ਨੇ ਕਿ ਇਹ ਜਿਹੜਾ ਕੈਮੀਕਲ ਆ, ਇਹ ਜਿਹੜਾ ਜ਼ਹਿਰ ਮੁਬੈਨਾ ਤੌਰ ਦੇ ਉੱਤੇ ਆਈਸਕ੍ਰੀਮ ਦੇ ਵਿੱਚ ਮਿਲਾਇਆ ਗਿਆ ਸੀ, ਕਿੱਦਾਂ ਆਇਆ। ਦੱਸਿਆ ਜਾ ਰਿਹਾ ਕਿ ਅਲੀਨਾ ਦੀ ਇੱਕ ਸਹੇਲੀ ਆ ਜਿਹੜੀ ਜੋਹਰ ਟਾਊਨ ਦੇ ਵਿੱਚ ਰਹਿੰਦੀ ਹੈ, ਜਿਹਦਾ ਨਾਮ ਆ ਮੁੰਤਹਾ। 2005 ਤੋਂ ਇਹਦੀ ਉਹ ਸਹੇਲੀ ਕਲਾਸ ਫੈਲੋ ਸੀ, ਇਹਦੇ ਨਾਲ ਪੜ੍ਹਦੀ ਰਹੀ ਸੀ। ਇਹਨੇ ਉਸ ਸਹੇਲੀ ਨੂੰ ਵੀ ਮਿਲ ਕੇ ਸਾਰੀਆਂ ਗੱਲਾਂ ਦੱਸੀਆਂ ਸੀ। ਇਹ ਮੁੰਤਹਾ ਦੱਸ ਰਹੀ ਆ ਕਿ ਇਹ ਇੱਕ ਦਫਾ ਰੈਸਟੋਰੈਂਟ ਦੇ ਵਿੱਚ ਜਦੋਂ ਇਹ 1 ਜੁਲਾਈ ਤੋਂ ਆਈ ਸੀ ਲਾਹੌਰ, ਉਸ ਤੋਂ ਬਾਅਦ ਇਹ ਮੇਰੇ ਨਾਲ ਰੈਸਟੋਰੈਂਟ ਦੇ ਵਿੱਚ ਇੱਕ ਹੋਟਲ ਦੇ ਵਿੱਚ ਇਹਦੇ ਨਾਲ ਮੇਰੀ ਮੁਲਾਕਾਤ ਹੋਈ ਸੀ। ਉੱਥੇ ਇਹਨੇ ਮੈਨੂੰ ਦੱਸਿਆ ਸੀ ਕਿ ਮੈਂ ਬੜੀ ਜ਼ਿਹਨੀ ਦਬਾਅ ਦਾ ਸ਼ਿਕਾਰ ਹਾਂ। ਮੈਂ ਚਾਹੁੰਦੀ ਹਾਂ ਕਿ ਮੈਂ ਅਗਰ ਮੁਬੈਨਾ ਤੌਰ ਤੇ ਖੁਦਕਸ਼ੀ ਕਰ ਲਈ ਤੇ ਮੇਰੇ ਬੱਚਿਆਂ ਦਾ ਕੀ ਬਣੇਗਾ। ਇਹ ਗੱਲ ਮੁੰਤਹਾ ਨੇ ਦੱਸੀ।
ਸੋਸ਼ਲ ਮੀਡੀਆ ਦੀਆਂ ਖਬਰਾਂ ਦੇ ਮੁਤਾਬਕ। ਉਸ ਤੋਂ ਇਲਾਵਾ ਹੋਰ ਕੋਈ ਗੱਲ ਦਾ ਨਹੀਂ ਪਤਾ। ਜਿਹੜਾ ਕੈਮੀਕਲ ਸੀ, ਜ਼ਹਿਰ ਸੀ, ਇਹ ਦੱਸਿਆ ਜਾ ਰਿਹਾ ਸੋਸ਼ਲ ਮੀਡੀਆ ਦੀਆਂ ਖਬਰਾਂ ਦੇ ਮੁਤਾਬਕ। ਪੁਲਿਸ ਦਾ ਬਿਆਨ ਆ ਕਿ ਇੱਕ ਆਨਲਾਈਨ ਬੁਕਿੰਗ ਕਰਕੇ ਰਾਈਡਰ ਨੂੰ ਕਿਹਾ ਗਿਆ ਕਿ ਇਹ ਲਿਆ ਕੇ ਦੇ ਦੇ। ਹੁਣ ਪੁਲਿਸ ਦੱਸ ਰਹੀ ਹੈ ਕਿ ਉਸ ਆਨਲਾਈਨ ਦੁਕਾਨ ਤੋਂ ਜਿਹੜੀ ਤੋਂ ਇਹ ਮੰਗਾਇਆ ਸੀ, ਉਸ ਦੁਕਾਨਦਾਰ ਨੂੰ ਵੀ ਸ਼ਾਮਲੇ ਤਫਤੀਸ਼ ਕਰ ਲਿਆ ਗਿਆ ਔਰ ਉਸ ਰਾਈਡਰ ਨੂੰ ਵੀ ਸ਼ਾਮਲੇ ਤਫਤੀਸ਼ ਕਰ ਲਿਆ ਗਿਆ। ਰਾਈਡਰ ਦਾ ਵਿਚਾਰੇ ਦਾ ਕੀ ਕਸੂਰ, ਲੇਕਿਨ ਉਹਨੂੰ ਸ਼ਾਮਲੇ ਤਫਤੀਸ਼ ਜ਼ਰੂਰ ਕੀਤਾ ਆ ਕਿ ਉਹਨੇ ਤਾਂ ਕੋਈ ਬੰਦਾ ਆਰਡਰ ਕਰੇ ਤਾਂ ਉਹਨੇ ਤਾਂ ਚੀਜ਼ ਲਿਆ ਕੇ ਦੇ ਦੇਣੀ ਨਾ, ਉਹਦਾ ਤਾਂ ਵਿਚਾਰੇ ਦਾ ਕੋਈ ਕਸੂਰ ਨਹੀਂ, ਉਹਨੇ ਤਾਂ ਆਪਣੇ ਪੈਸੇ ਲੈਣੇ ਆ। ਲੇਕਿਨ ਮੈਂ ਇੱਥੇ ਇੱਕ ਦਰਖਾਸਤ ਕਰਾਂਗਾ ਬੰਦਿਆਂ ਨੂੰ ਜਿਹੜੇ ਆਨਲਾਈਨ ਡਰਾਈਵਿੰਗ ਕਰਦੇ ਨੇ, ਬਾਈਕਿਆ ਜਾਂ ਇਨਡਰਾਈਵ ਆ ਜਾਂ ਯਾਂਗੋ ਆ, ਉਹ ਕੋਈ ਵੀ ਚੀਜ਼ ਲੈਣ ਤੋਂ ਪਹਿਲਾਂ ਉੱਥੋਂ ਜਦੋਂ ਲੈ ਕੇ ਟੁਰਨਾ, ਉਹਨੂੰ ਜਿੱਥੋਂ ਲਈ ਆ ਚੀਜ਼ ਉਹਨਾਂ ਨੂੰ ਪੁੱਛੋ ਕਿ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਖਤਰਨਾਕ ਚੀਜ਼ ਤਾਂ ਨਹੀਂ ਹੈਗੀ, ਤਾਂ ਕਿ ਬੰਦਾ ਆਉਣ ਵਾਲੇ ਵਕਤ ਤੋਂ ਬਚਿਆ ਜਾ ਸਕੇ। ਕਿਉਂਕਿ ਹੁਣ ਦੇਖੋ ਇਹ ਜਿਹੜਾ ਰਾਈਡਰ ਸੀ ਵਿਚਾਰਾ, ਇਹਨੂੰ ਵੀ ਸ਼ਾਮਲੇ ਤਫਤੀਸ਼ ਕਰ ਲਿਆ। ਯਾਨੀ ਸ਼ਾਮਲੇ ਤਫਤੀਸ਼ ਦਾ ਮਤਲਬ ਇਹ ਹੁੰਦਾ ਤੁਸੀਂ ਬਾਹਰ ਨਹੀਂ ਜਾ ਸਕਦੇ ਸ਼ਹਿਰੋਂ। ਪੁਲਿਸ ਨੇ ਕਿਹਾ ਕਿ ਜਦੋਂ ਵੀ ਅਸੀਂ ਤੁਹਾਨੂੰ ਬੁਲਾਉਣਾ ਚਾਹੀਏ ਤੁਸੀਂ ਮੌਕੇ ਤੇ ਪਹੁੰਚ ਸਕੋ। ਯਾਨੀ ਸ਼ਾਮਲੇ ਤਫਤੀਸ਼ ਦਾ ਮਕਸਦ ਇਹ ਆ। ਬਾਕੀ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਫੜ ਲਿਆ, ਫੜ ਕੇ ਤੇ ਜੇਲ੍ਹ ਦੇ ਅੰਦਰ ਦੇ ਦਿੱਤਾ, ਲੇਕਿਨ ਰਾਈਡਰ ਨੂੰ ਵੀ ਔਰ ਦੁਕਾਨਦਾਰ ਨੂੰ ਵੀ ਸ਼ਾਮਲੇ ਤਫਤੀਸ਼ ਕਰ ਲਿਆ। ਔਰ ਇਹ ਜਿਹੜਾ ਆਨਲਾਈਨ ਮੰਗਾਇਆ ਸੀ, ਇਹ ਜੌਹਰ ਟਾਊਨ ਦੇ ਵਿੱਚ ਜਿਹੜੀ ਦੀ ਸਹੇਲੀ ਆ ਨਾ, ਉੱਥੇ ਦਾ ਐਡਰੈਸ ਦਿੱਤਾ ਗਿਆ ਸੀ ਮੁੰਤਹਾ ਦੇ ਘਰ ਦਾ, ਔਰ ਉੱਥੋਂ 16 ਤਰੀਕ ਨੂੰ ਇਹ ਪਹੁੰਚਿਆ ਸੀ ਆਨਲਾਈਨ ਜਿਹੜਾ ਸੀ ਕੈਮੀਕਲ, ਔਰ ਫਿਰ ਇਹ ਇਹਦੇ ਘਰ ਆਇਆ ਤੇ ਫਿਰ 17 ਤਰੀਕ ਨੂੰ ਇਹਨੇ ਉਹ ਮੁਬੈਨਾ ਤੌਰ ਦੇ ਵਿੱਚ ਜਿਹੜਾ ਕੈਪਸੂਲ ਸੀ ਆਈਸਕ੍ਰੀਮ ਦੇ ਵਿੱਚ ਮਿਲਾਇਆ। ਤੇ ਇਹਦਾ ਤਾਂ ਪ੍ਰੋਗਰਾਮ ਸੀ ਕਿ ਮੈਂ ਸਾਰਿਆਂ ਨੂੰ ਖਵਾ ਦਿਆਂਗੀ, ਤੇ ਲੇਕਿਨ ਬਸ ਉਹ ਅੱਲਾ ਨੇ ਜਿਨ੍ਹਾਂ ਦੀ ਲਿਖੀ ਸੀ ਮੌਤ, ਇਹਨੇ ਬੱਚਿਆਂ ਨੂੰ ਖਵਾਤਾ। ਲੇਕਿਨ ਇਹ ਮੈਨੂੰ ਇਹ ਲੱਗਦਾ ਕਿ ਇਹ ਜ਼ਿਹਨੀ ਤੌਰ ਤੇ ਵੀ ਬਹੁਤ ਜ਼ਿਆਦਾ ਦਬਾਅ ਦਾ ਸ਼ਿਕਾਰ ਸੀ। ਜ਼ਰੂਰ ਆ ਇਹ ਪੁਲਿਸ ਦੀ ਤਹਿਕੀਕਾਤ ਤੋਂ ਬਾਅਦ ਹੀ ਪਤਾ ਲੱਗੇਗਾ, ਇਹਦਾ ਬੰਦਾ ਵੀ ਥੋੜਾ ਬਹੁਤਾ ਟਾਰਚਰ ਜ਼ਰੂਰ ਕਰਦਾ ਹੋਏਗਾ, ਕਿਉਂਕਿ ਅਮਰੀਕਾ ਤੋਂ ਆਣਾ, ਪਾਕਿਸਤਾਨ ਰਹਿਣਾ, ਜ਼ਿਹਨੀ ਦਬਾਅ ਦਾ ਸ਼ਿਕਾਰ। ਹੁਣ ਦੱਸ ਰਹੇ ਨੇ ਕਿ ਇਹਦਾ ਦਿਮਾਗੀ ਤਵਾਜ਼ਨ ਕੁਝ ਜ਼ਰਾ ਉਹ ਅੱਗੇ ਹੈ ਸੀ ਇਸ ਤਰ੍ਹਾਂ ਦਾ ਕਿ ਇਹਦਾ ਇਲਾਜ ਕੀਤਾ ਗਿਆ ਸੀ, ਕਿਉਂਕਿ ਇਹਦੀਆਂ ਭੈਣਾਂ ਨੇ ਜਿਹੜੀਆਂ ਬਾਹਰ ਇੰਗਲੈਂਡ ਦੇ ਵਿੱਚ ਬੈਠੀਆਂ, ਉਹਨਾਂ ਦਾ ਵੀ ਬਿਆਨ ਆਇਆ ਸੀ ਕਿ ਇਹਦਾ ਇਲਾਜ ਕਰਵਾ ਲਿਆ ਗਿਆ ਸੀ। ਤੇ ਲੇਕਿਨ ਇੱਕ ਮਾਂ ਜਿਹੜੀ ਆ ਨਾ, ਬੱਚਿਆਂ ਨੂੰ ਇਸ ਤਰ੍ਹਾਂ ਮੁਬੈਨਾ ਤੌਰ ਦੇ ਉੱਤੇ ਜ਼ਹਿਰ ਦੇ ਕੇ ਮਾਰ ਨਹੀਂ ਸਕਦੀ, ਕਿਉਂਕਿ ਬੱਚੇ ਜਿਹੜੇ ਆ ਮਾਂ ਨੂੰ ਬੜੇ ਪਿਆਰੇ ਹੁੰਦੇ ਆ। ਲੇਕਿਨ ਹੁਣ ਇਹ ਨਹੀਂ ਪਤਾ ਉਹ ਨਫਸਿਆਤੀ ਤੌਰ ਤੇ ਜ਼ਿਹਨੀ ਮਰੀਜ਼ਾ ਸੀ ਜਾਂ ਉਹਦਾ ਉਸ ਵੇਲੇ ਦਿਮਾਗ ਕੰਮ ਨਹੀਂ ਕੀਤਾ, ਜਾਂ ਉਹ ਡਿਪਰੈਸ਼ਨ ਦੇ ਵਿੱਚ ਸੀ, ਜਿਹਦੀ ਵਜ੍ਹਾ ਦੇ ਨਾਲ ਉਹਨੇ ਮੁਬੈਨਾ ਤੌਰ ਦੇ ਉੱਤੇ ਆਈਸਕ੍ਰੀਮ ਦੇ ਵਿੱਚ ਜ਼ਹਿਰ ਮਿਲਾਤਾ ਔਰ ਫਿਰ ਆਪਣੇ 3 ਬੱਚਿਆਂ ਨੂੰ ਦੇ ਦਿੱਤਾ, ਜਿਹਦੇ ਵਿੱਚ ਉਸ ਬੱਚਿਆਂ ਦੀ ਮੌਤ ਵਾਕਿਆ ਹੋ ਗਈ। ਫਿਰ ਉਸ ਤੋਂ ਬਾਅਦ ਉਹਨੇ ਖੁਦ ਵੀ ਆਈਸਕ੍ਰੀਮ ਖਾ ਲਈ ਔਰ ਐਸੇ ਜਹਾਨੇ ਫਾਨੀ ਤੋਂ ਰੁਖਸਤ ਹੋ ਗਈ ਆ। ਇਹ ਸੀ ਅੱਜ ਦੀ ਤਾਜ਼ਾ ਤਰੀਨ ਰਿਪੋਰਟ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ। ਉਮੀਦ ਆ ਅੱਜ ਪ੍ਰੈਸ ਕਾਨਫਰੰਸ ਜਿਹੜੀ ਪੁਲਿਸ ਆ ਉਹ ਕਰੇਗੀ। ਮੈਂ ਵੈਸੇ ਇਹ ਕਹਾਂਗਾ ਕਿ ਅਗਰ ਕੋਈ ਵੀ ਬੰਦਾ ਪਰੇਸ਼ਾਨ ਆ ਜਾਂ ਉਹਨੂੰ ਟੈਨਸ਼ਨ ਆ, ਉਹ ਹਾਲਾਤ ਦਾ ਮੁਕਾਬਲਾ ਕਰੇ। ਇਸ ਤਰ੍ਹਾਂ ਦਿਲ ਬਰਦਾਸ਼ਤਾ ਹੋ ਕੇ ਮੁਬੈਨਾ ਤੌਰ ਦੇ ਉੱਤੇ ਖੁਦਕਸ਼ੀ ਜਿਹੜੀ ਕਰਨਾ ਇਹ ਜਾਇਜ਼ ਨਹੀਂ। ਬੱਚਿਆਂ ਨੂੰ ਵੀ ਉਹਨੇ ਮਾਰਤਾ, ਆਪ ਵੀ ਇਸ ਦੁਨੀਆ ਤੋਂ ਰੁਖਸਤ ਹੋ ਗਈ, ਬਲਕਿ ਉਹਨੂੰ ਚਾਹੀਦਾ ਸੀ ਹਾਲਾਤ ਦਾ ਮੁਕਾਬਲਾ ਕਰਦੀ। ਅੱਜ ਆ ਕੇ ਕੀ ਹੁੰਦਾ, ਤਲਾਕ ਹੀ ਹੋ ਜਾਣੀ ਸੀ ਨਾ, ਬੱਚਿਆਂ ਦਾ ਫੈਸਲਾ ਫਿਰ ਕਰ ਲੈਂਦੇ, ਕੀ ਕਰਨਾ ਸੀ। ਤੇ ਲੇਕਿਨ ਬਸ ਅੱਲਾ ਨੂੰ ਜੋ ਮਨਜ਼ੂਰ ਸੀ, ਅੱਲਾਹ ਤਾਲਾ ਸਭ ਤੇ ਰਹਿਮਤਾਂ ਫਰਮਾਏ। ਇਸ ਦੇ ਬਾਰੇ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਦਾ ਇਜ਼ਹਾਰ ਕਰਨਾ। ਨਾਲ YouTube ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਓ, ਔਰ ਫੇਸਬੁੱਕ ਪੇਜ ਨੂੰ ਔਰ ਟਿਕਟੌਕ ਨੂੰ ਫਾਲੋ ਜ਼ਰੂਰ ਕਰ ਲੈਣਾ। ਅੱਲਾਹ ਤਾਲਾ ਬੁਰੇ ਵਕਤ ਤੋਂ ਬਚਾਏ। ਆਮੀਨ ਸੁਮਾ ਆਮੀਨ। अस्सलामु अलैकुम व रहमतुल्लाहि व बरकातहू।